ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸਿਹਤ ਸੁਧਾਰ ਚੈਨਲ ਦੇਖ ਰਹੇ ਹੋ। ਮੈਂ ਹਾਂ ਧਨਵੰਤ ਸਿੰਘ ਘਮਾਣ ਤੇ ਅੱਜ ਲੈ ਕੇ ਹਾਜ਼ਰ ਹਾਂ ਨਵੇਂ ਵਿਸ਼ੇ ਤੇ ਗੱਲਬਾਤ ਕਿ ਜਿਹੜਾ ਬੰਦੇ ਦਾ ਮਨ ਹੁੰਦਾ, ਬੰਦੇ ਦਾ ਜਿਹੜਾ ਮਨ ਹੈ ਉਹਦਾ ਸਰੀਰ ਦੇ ਨਾਲ ਸੰਤੁਲਨ ਹੋਣਾ ਕਿੰਨਾ ਜ਼ਰੂਰੀ ਹੈ। ਕਿਉਂਕਿ ਜੇਕਰ ਇੱਕ ਚੰਗਾ ਸਰੀਰ ਹੋਵੇਗਾ ਤਾਂ ਉਹਦੇ ਵਿੱਚ ਹੀ ਚੰਗਾ ਮਨ ਹੈ ਜਿਹੜਾ ਉਹ ਨਿਵਾਸ ਕਰਦਾ ਹੈ। ਕਹਿੰਦੇ ਵੀ ਜੇ ਬੰਦੇ ਦੀ ਸਿਹਤ ਠੀਕ ਹੈ ਤਾਂ ਬੰਦਾ ਤੰਦਰੁਸਤ ਹੈ, ਤੇ ਜੇ ਬੰਦੇ ਦਾ ਮਨ ਠੀਕ ਹੈ ਤਾਂ ਬੰਦਾ ਤੰਦਰੁਸਤ ਹੈ। ਕਿਉਂਕਿ ਦੋਵੇਂ ਚੀਜ਼ਾਂ ਦਾ ਜਿਹੜਾ ਕਿ ਬੈਲੈਂਸ ਬਣਿਆ ਰਹਿਣਾ ਜ਼ਰੂਰੀ ਹੈ। ਜੇਕਰ ਬੰਦਾ ਸਿਹਤ ਪੱਖੋਂ ਚੰਗਾ ਆ ਪਰ ਅੰਦਰੋਂ ਮਨ ਠੀਕ ਨਹੀਂ ਹੈ ਤਾਂ ਉਹਦੀ ਸਿਹਤ ਵੀ ਕਿਤੇ ਨਾ ਕਿਤੇ ਕਾਫੀ ਚਿਰ ਜਿਹੜਾ ਕਿ ਸੰਤੁਲਨ ਬਣਾ ਕੇ ਨਹੀਂ ਰੱਖ ਸਕਦੀ, ਚੰਗਾ ਸਮੇਂ ਤੱਕ ਜਿਹੜੀ ਕਿ ਸਿਹਤ ਚੰਗੀ ਨਹੀਂ ਰਹਿ ਸਕਦੀ। ਸੋ ਸਰੀਰ ਦੇ ਨਾਲ ਨਾਲ ਜਿਹੜੇ ਕਿ ਮਨ ਦਾ ਸੰਤੁਲਨ ਹੋਣਾ ਕਿੰਨਾ ਕੁ ਜ਼ਰੂਰੀ ਹੈ, ਇਹਨਾਂ ਗੱਲਾਂ ਤੇ ਅੱਜ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ। ਸੋ ਮੇਰੇ ਨਾਲ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਮੌਜੂਦ ਨੇ, ਡਾਕਟਰ ਹਰਬਾਗ ਸਿੰਘ ਜੀ। ਸੋ ਸਭ ਤੋਂ ਪਹਿਲਾਂ ਕਰ ਲੈਂਦੇ ਹਾਂ ਸਵਾਗਤ ਡਾਕਟਰ ਹਰਬਾਗ ਸਿੰਘ ਜੀ ਦਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਿਹਤ ਸੰਭਾਲ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਹੈ ਕਿ ਇੱਕ ਮਨ ਜਿਹੜਾ ਉਹ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਵੀ ਮਨ ਕੀ ਚੀਜ਼ ਹੁੰਦੀ ਹੈ? ਕਿਉਂਕਿ ਲੋਕ ਕਹਿੰਦੇ ਨੇ ਵੀ ਬੰਦੇ ਦੇ ਅੰਦਰ ਦਿਲ ਹੁੰਦਾ, ਜਿਹੜਾ ਵੀ ਮੇਰਾ ਆਹ ਖਾਣ ਨੂੰ ਦਿਲ ਕਰਦਾ, ਪਰ ਦਿਲ ਤਾਂ ਅਸਲ ਦੇ ਵਿੱਚ ਉਹ ਚੀਜ਼ ਹੁੰਦੀ ਹੈ ਨਾ ਜਿਹੜੀ ਆਪਣਾ ਇੱਕ ਸਿਰਫ ਬਾਡੀ ਦੇ ਜਿਹੜਾ ਬਲੱਡ ਨੂੰ ਸਰਕੂਲੇਟ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਸਰਕੂਲੇਟ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ। ਜਦ ਕਿ ਦਿਲ ਦੇ ਵਿੱਚ ਕੋਈ ਫੀਲਿੰਗ ਤਾਂ ਅਸਲ 'ਚ ਨਹੀਂ ਹੁੰਦੀ। ਫੀਲਿੰਗ ਤਾਂ ਬੰਦੇ ਦਾ ਮਨ ਹੁੰਦਾ ਜਿਹੜਾ ਉਹ ਹੁੰਦੀ ਹੈ। ਤੁਸੀਂ ਮਨ ਨੂੰ ਕਿਵੇਂ ਦੇਖਦੇ ਹੋ? ਇਹ ਬੜੀ ਦਿਲਚਸਪ ਗੱਲ ਆ ਕਿ ਮਨ ਮੇਨਲੀ ਅਸੀਂ ਸਾਰਾ ਦਿਨ ਮਨ ਦੇ ਨਾਲ ਰਹਿੰਦੇ ਹਾਂ ਜੀ। ਮਨੁੱਖ ਵਾਸਤੇ ਮਨ ਆ ਜਿਹੜਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਆ। ਸਾਰਾ ਦਿਨ ਅਸੀਂ ਮਨ ਰਾਹੀਂ ਮਹਿਸੂਸ ਕਰਦੇ ਹਾਂ, ਪਰ ਇਹਦਾ ਨਿਵਾਸ ਸਾਨੂੰ ਨਹੀਂ ਪਤਾ ਕਿੱਥੇ ਆ। ਸੋ ਜਿਹੜਾ ਨਿਵਾਸ ਮੰਨਿਆ ਜਾਂਦਾ ਮਨ ਦਾ ਉਹ ਦਿਮਾਗ ਆ ਜੀ। ਦਿਮਾਗ ਦੇ ਵਿੱਚ ਮਨ ਦਾ ਨਿਵਾਸ ਮੰਨਿਆ ਜਾਂਦਾ ਜੀ। ਜਿਸ ਤਰ੍ਹਾਂ ਆਮ ਮੰਨਿਆ ਜਾਂਦਾ ਕਿ ਦਿਲ ਮਹਿਸੂਸ ਕਰਦਾ। ਦਿਲ ਸਿਰਫ ਇੱਕ ਪੰਪ ਆ ਜੀ ਜਿਹੜਾ ਸਾਰੇ ਸਰੀਰ ਦੇ ਵਿੱਚ ਖੂਨ ਭੇਜਣ ਦਾ ਕੰਮ ਕਰਦਾ ਜੀ। ਤੇ ਇਹਦੇ ਨਾਲ ਇਹਨੂੰ ਸੌਖੀ ਤਰ੍ਹਾਂ ਸਮਝਣਾ ਹੋਵੇ ਤਾਂ ਇਸ ਤਰ੍ਹਾਂ ਸਮਝਿਆ ਜਾ ਸਕਦਾ ਜੀ ਕਿ ਜਿਸ ਤਰ੍ਹਾਂ ਇੱਕ ਟਰੈਕਟਰ ਤੇ ਇੱਕ ਉਹਦਾ ਡਰਾਈਵਰ ਆ ਜੀ। ਜਿਹੜਾ ਟਰੈਕਟਰ ਆ ਉਹ ਸਾਡਾ ਸਰੀਰ ਆ ਜੀ, ਜਿਹੜਾ ਡਰਾਈਵਰ ਆ ਉਹ ਸਾਡਾ ਮਨ ਆ ਜੀ। ਇਵੇਂ ਮਨ ਸਾਡੇ ਵਿੱਚ ਇੱਕ ਤਰ੍ਹਾਂ ਡਰਾਈਵਰ ਵਾਂਗੂ ਚੱਲਦਾ। ਸਾਡੀ ਦੇਹ ਆ ਜਿਹੜੀ ਉਹ ਮਸ਼ੀਨਰੀ ਆ ਜੀ। ਉਹ ਇੱਕ ਟਰੈਕਟਰ ਸਮਝ ਲਓ, ਕੋਈ ਮਸ਼ੀਨਰੀ ਸਮਝ ਲਓ। ਮਨ ਆ ਜਿਹੜਾ ਉਹਨੂੰ ਚਲਾਉਂਦਾ ਜੀ। ਮੇਰੇ ਖਿਆਲ ਇਸ ਤਰ੍ਹਾਂ ਦੇ ਨਾਲ ਸ਼ਾਇਦ ਗੱਲ ਸੌਖੀ ਸਮਝ ਆ ਜਾਂਦੀ ਹੋਵੇ ਜੀ। ਸੋ ਡਾਕਟਰ ਸਾਹਿਬ ਫਿਰ ਜਿਹੜਾ ਮਨ ਹੈ ਉਹਦਾ ਸਰੀਰ ਨਾਲ ਸੰਤੁਲਨ ਦੀ ਆਪਾਂ ਗੱਲ ਕਰਦੇ ਹਾਂ ਕਿ ਸਰੀਰ ਨਾਲ ਸੰਤੁਲਨ ਜੇਕਰ ਮਨ ਦਾ ਨਾ ਹੋਵੇ ਤਾਂ ਉਹਦੇ ਫਿਰ ਨੁਕਸਾਨ ਕੀ ਹੁੰਦੇ ਨੇ? ਹਾਂ, ਇੱਥੇ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਆਮ ਤੌਰ 'ਤੇ ਜਦੋਂ ਅਸੀਂ ਸਿਹਤ ਸੰਬੰਧੀ ਗੱਲ ਕਰਦੇ ਹਾਂ ਜੀ ਤਾਂ ਜ਼ਿਆਦਾ ਜ਼ੋਰ ਸਰੀਰ ਦੇ ਪੱਖ 'ਤੇ ਦਿੱਤਾ ਜਾਂਦਾ ਜੀ ਕਿ ਸਰੀਰ ਮਤਲਬ ਖੁਰਾਕ ਚੰਗੀ ਹੋਣੀ ਚਾਹੀਦੀ ਆ ਜੀ, ਜਾਂ ਕਸਰਤ ਕਰਨੀ ਚਾਹੀਦੀ ਆ ਜੀ ਜਾਂ ਸਰੀਰ ਦਾ ਰਿਸ਼ਟ ਪੁਸ਼ਟ ਹੋਣਾ ਜ਼ਰੂਰੀ ਆ। ਜੀ। ਮੇਰੇ ਖਿਆਲ ਦੇ ਵਿੱਚ ਜਿੰਨਾ ਸਰੀਰ 'ਤੇ ਅਸੀਂ ਧਿਆਨ ਦਿੰਦੇ ਹਾਂ ਉਦੋਂ ਕਿਤੇ ਜ਼ਿਆਦਾ ਧਿਆਨ ਸਾਨੂੰ ਮਨ 'ਤੇ ਦੇਣਾ ਚਾਹੀਦਾ ਜੀ। ਕਿਉਂਕਿ ਜੇ ਅਸੀਂ ਬੇਸ਼ੱਕ ਦੋਏ ਚੀਜ਼ਾਂ ਜ਼ਰੂਰੀ ਆ, ਸਰੀਰ ਤੇ ਮਨ, ਜੀ। ਪਰ ਜੇ ਮੈਨੂੰ ਪੁੱਛਿਆ ਜਾਵੇ ਕਿ ਦੋਹਾਂ 'ਚੋਂ ਜ਼ਿਆਦਾ ਜ਼ਰੂਰੀ ਕੀ ਆ ਤਾਂ ਮੈਂ ਇਹ ਕਹੂੰਗਾ ਕਿ ਮਨ ਜ਼ਿਆਦਾ ਜ਼ਰੂਰੀ ਆ ਜੀ ਸਰੀਰ ਨਾਲੋਂ। ਕਿਉਂਕਿ ਮਨ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਤੁਹਾਨੂੰ ਔਖੇ ਤੋਂ ਔਖੇ ਟਾਈਮ ਦੇ ਵਿੱਚ ਵੀ ਤੁਹਾਡਾ ਸਾਥ ਦੇ ਸਕਦੀ ਆ। ਜਿਸ ਤਰ੍ਹਾਂ ਸੁਣਨ 'ਚ ਆਇਆ ਵੀ ਜਦੋਂ ਨਾਜ਼ੀਆਂ ਦੇ ਵਿੱਚ ਕਤਲੇਆਮ ਹੋ ਰਿਹਾ ਸੀ ਜੀ ਯਹੂਦੀਆਂ ਦਾ, ਜੀ, ਉਦੋਂ ਮਤਲਬ ਜਿਹੜੇ ਬਹੁਤ ਕਾਲ ਕੋਠੜੀਆਂ ਦੇ ਵਿੱਚ ਵੀ ਜਾਂ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਜੀ ਜਦੋਂ ਫਾਂਸੀ ਦੇ ਤਖਤ 'ਤੇ ਉਹਨਾਂ ਨੂੰ ਪਤਾ ਸੀ ਅਸੀਂ ਜਾਣਾ, ਇੱਕ ਮਨ ਹੀ ਸੀ ਜਿਹਨੇ ਉਹਨਾਂ ਨੂੰ ਅਡੋਲ ਰੱਖਿਆ ਜੀ। ਸੋ ਇਸ ਲਈ ਮੈਨੂੰ ਲੱਗਦਾ ਕਿ ਸਾਨੂੰ ਜੇ ਦੋਹਾਂ ਪਾਸੇ ਧਿਆਨ ਦੇਣਾ ਚਾਹੀਦਾ, ਪਰ ਜ਼ਿਆਦਾ ਧਿਆਨ ਮਨ ਵੱਲ ਦੇਣਾ ਚਾਹੀਦਾ। ਡਾਕਟਰ ਸਾਹਿਬ ਜੇਕਰ ਮਨ ਬੰਦੇ ਦਾ ਲਾ ਲਓ ਵੀ ਕਮਜ਼ੋਰ ਹੋ ਜੇ ਜਾਂ ਫਿਰ ਜਿਸ ਤਰ੍ਹਾਂ ਮਨ ਹੁੰਦਾ ਉਹਦੇ 'ਤੇ ਬੰਦੇ ਦਾ ਕੰਟਰੋਲ ਨਾ ਹੋਵੇ ਤਾਂ ਉਹਦੇ ਨਾਲ ਸਰੀਰ ਦੇ ਕੋਈ ਨੁਕਸਾਨ ਵੀ ਹੁੰਦਾ ਜੀ ਕਿ ਜਿਹੜਾ ਕਿ ਆਪਾਂ ਨੂੰ ਬਾਹਰੀ ਤੌਰ 'ਤੇ ਵੀ ਦਿਖਾਈ ਦੇਵੇ? ਜਿਹੜੇ ਮਨ ਦੇ ਨਾਲ ਸਰੀਰ 'ਤੇ ਨੁਕਸਾਨ ਇੱਕਦਮ ਸਾਹਮਣੇ ਨਹੀਂ ਆਉਂਦੇ ਜੀ। ਇੱਕਦਮ ਮਤਲਬ ਇਹ ਨਹੀਂ ਹੈ ਕਿ ਕੁਝ ਦਿਨਾਂ ਦੇ ਵਿੱਚ ਜੇ ਮਨ ਬੇਚੈਨ ਆ ਜਾਂ ਮਨ ਪਰੇਸ਼ਾਨ ਆ ਵੀ ਕੁਝ ਦਿਨਾਂ ਦੇ ਵਿੱਚ ਹੀ ਤੁਹਾਡੇ ਅੰਦਰ
ਕੋਈ ਇਹੋ ਜਿਹਾ ਰੋਗ ਪੈਦਾ ਹੋ ਜਾਊਗਾ ਜਿਹੜਾ ਤੁਹਾਨੂੰ ਦਿਖਣ ਲੱਗ ਜਾਊਗਾ। ਜੀ ਪਰ ਕੁਝ ਸਮਾਂ ਪਾ ਕੇ ਮਤਲਬ ਉਹ ਜਿਹੜੇ ਮਾੜੇ ਅਸਰ ਨੇ ਸਰੀਰ ਦੇ ਉੱਤੇ ਹੋਣ ਲੱਗ ਜਾਂਦੇ ਨੇ। ਪਰ ਮੈਂ ਇਹ ਸੋਚਦਾ ਵੀ ਜੇ ਤੁਹਾਡੇ ਸਰੀਰ ਦੇ ਉੱਤੇ ਮਾੜੇ ਅਸਰ ਨਾ ਵੀ ਹੋਣ ਤਾਂ ਜਿਹੜੀ ਸਾਡੀ ਜ਼ਿੰਦਗੀ ਨੂੰ ਅਸੀਂ ਮਹਿਸੂਸ ਕਰਦੇ ਹਾਂ ਉਹ ਤਾਂ ਮਨ ਰਾਹੀਂ ਕਰਦੇ ਹਾਂ। ਜੀ ਸੋ ਜੇ ਤੁਹਾਡਾ ਸਰੀਰ ਦੀ ਸਿਹਤ ਪੱਖੋਂ ਬਿਲਕੁਲ ਠੀਕ ਆ, ਹਰ ਪੱਖ ਤੋਂ ਤੁਸੀਂ ਠੀਕ ਹੋ, ਪਰ ਜੇ ਮਨ ਦੇ ਪੱਖ ਤੋਂ ਤੁਸੀਂ ਠੀਕ ਨਹੀਂ ਤਾਂ ਇਹ ਕੁਝ ਸਮੇਂ ਬਾਅਦ ਤੁਹਾਡੇ ਸਰੀਰ ਨੂੰ ਵੀ ਪ੍ਰਭਾਵਿਤ ਕਰੂਗਾ। ਜੀ ਪਰ ਜਿਹੜਾ ਤੁਸੀਂ ਦੁੱਖ ਮਹਿਸੂਸ ਕਰਨਾ ਜਾਂ ਮਤਲਬ ਮਨ ਦੇ ਤੌਰ ਤੇ ਇੱਕ ਕਸ਼ਟ ਝੱਲਣਾ, ਉਹ ਤਾਂ ਤੁਸੀਂ ਫਿਰ ਹਮੇਸ਼ਾ ਹੀ ਝੱਲਦੇ ਹੋ ਨਾ। ਜੀ ਇਸ ਲਈ ਸਾਨੂੰ ਤਾਂ ਇਸ ਵੱਲ ਧਿਆਨ ਦੇਣ ਦੀ ਲੋੜ ਆ। ਡਾਕਟਰ ਸਾਹਿਬ, ਜਿਵੇਂ ਹੁਣ ਬੰਦੇ ਦਾ ਲਾ ਲਓ ਵੀ ਮਨ ਕਹਿੰਦੇ ਹੁੰਦੇ ਨੇ ਵੀ ਕਈ ਵਾਰੀ ਬੰਦੇ ਨੂੰ ਕੋਈ ਦਿਮਾਗੀ ਤੌਰ ਤੇ ਵੀ ਪਰੇਸ਼ਾਨ ਹੁੰਦਾ, ਜਾਂ ਕਈ ਵਾਰੀ ਕੋਈ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਅਜਿਹਾ ਸਮਾਂ ਆ ਜਾਂਦਾ ਕਿ ਉਹ ਝਟਕਾ ਲੱਗ ਜਾਂਦਾ ਬੰਦੇ ਨੂੰ ਉਸ ਚੀਜ਼ ਦਾ, ਤੇ ਬੰਦਾ ਕਾਫੀ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ। ਤਾਂ ਫਿਰ ਉਹ ਡਿਪਰੈਸ਼ਨ ਦੀ ਸਥਿਤੀ ਕੀ ਹੁੰਦੀ ਹੈ? ਜਦੋਂ ਕਹਿੰਦੇ ਨੇ ਵੀ ਡਿਪਰੈਸ਼ਨ ਦੇ ਵਿੱਚ ਬੰਦਾ ਚਲਾ ਗਿਆ, ਉਹ ਕੀ ਸਥਿਤੀ ਹੁੰਦੀ ਹੈ ਜੀ? ਜਿਹੜੀ ਡਿਪਰੈਸ਼ਨ, ਜਿਹਨੂੰ ਅਸੀਂ ਪੰਜਾਬੀ 'ਚ ਉਦਾਸੀ ਰੋਗ ਕਹਿੰਦੇ ਹਾਂ ਜੀ, ਤੇ ਉਹਦੇ ਵਿੱਚ ਉਹਦੀਆਂ ਬਹੁਤ ਨਿਸ਼ਾਨੀਆਂ ਹੁੰਦੀਆਂ ਨੇ। ਜੀ ਸਭ ਤੋਂ ਪਹਿਲੀ ਨਿਸ਼ਾਨੀ ਉਹਦੀ ਇਹ ਹੁੰਦੀ ਆ ਕਿ ਬੰਦੇ ਦਾ ਮਨ ਉਦਾਸ ਰਹਿੰਦਾ। ਜੀ ਤੇ ਉਹਦਾ ਜਿਹੜੀਆਂ ਗੱਲਾਂ ਸਾਨੂੰ ਖੁਸ਼ੀ ਦਿੰਦੀਆਂ ਨੇ, ਉਹਨੂੰ ਖੁਸ਼ੀ ਦੇਣੋਂ, ਆਮ ਬੰਦੇ ਨੂੰ ਖੁਸ਼ੀ ਦਿੰਦੀਆਂ ਨੇ, ਉਹਨੂੰ ਖੁਸ਼ੀ ਦੇਣੋਂ ਹਟ ਜਾਂਦੀਆਂ ਨੇ। ਜੀ ਤੇ ਉਹਦਾ ਕੁਛ ਕਰਨ ਨੂੰ ਜੀ ਨਹੀਂ ਕਰਦਾ, ਉਹਨੂੰ ਕਿਸੇ ਪਾਸਿਓਂ ਖੁਸ਼ੀ ਨਹੀਂ ਮਿਲਦੀ। ਦੂਸਰੇ ਨੰਬਰ ਦੇ ਉੱਤੇ ਜਿਹੜਾ ਹੁੰਦਾ ਕਿ ਉਹਦੀ ਨੀਂਦ ਪ੍ਰਭਾਵਿਤ ਹੋ ਸਕਦੀ ਆ। ਆਮ ਤੌਰ ਤੇ ਨੀਂਦ ਘਟ ਜਾਂਦੀ ਆ, ਪਰ ਕਈ ਵਾਰ ਬੰਦਾ ਉਦਾਸੀ ਰੋਗ ਦੇ ਵਿੱਚ ਜ਼ਿਆਦਾ ਸੌਂਦਾ। ਇੱਦਾਂ ਹੀ ਭੁੱਖ ਪ੍ਰਭਾਵਿਤ ਹੁੰਦੀ ਆ। ਜੀ ਇੱਦਾਂ ਹੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਅਸੀਂ ਮਨ ਨੂੰ ਕਿਸੇ ਚੀਜ਼ 'ਤੇ ਲਾਉਣਾ, ਟਿਕਾਉਣਾ, ਜਿਹਨੂੰ ਅੰਗਰੇਜ਼ੀ 'ਚ ਕੰਸਨਟ੍ਰੇਸ਼ਨ ਕਹਿ ਦਿੰਦੇ ਆ, ਉਹ ਪ੍ਰਭਾਵਿਤ ਹੁੰਦੀ ਆ। ਤੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂ। ਤੇ ਇਸੇ ਤਰ੍ਹਾਂ ਦੇ ਨਾਲ ਕਈਆਂ ਦਾ ਭਾਰ ਘਟ ਜਾਂਦਾ। ਜੀ ਤੇ ਇਹੋ ਜਿਹੀਆਂ ਅਲਾਮਤਾਂ ਉਦਾਸੀ ਰੋਗ ਦੇ ਵਿੱਚ ਆਉਂਦੀਆਂ ਨੇ। ਆਮ ਉਹਨੂੰ ਪੁੱਛਿਆ ਜਾਵੇ ਤਾਂ ਆਮ ਲੋਕੀ ਕਹਿੰਦੇ ਨੇ ਸਾਡਾ ਮਨ ਉਦਾਸ ਆ। ਜੀ ਸੋ ਡਾਕਟਰ ਸਾਹਿਬ, ਇੱਕ ਤਾਂ ਦੇਖੋ ਮਨ ਉਦਾਸ ਹਰੇਕ ਬੰਦੇ ਦਾ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਹੁੰਦਾ ਹੀ ਹੈ। ਮਤਲਬ ਕਿ ਨੋਰਮਲੀ ਗੱਲ ਹੈ ਕਿ ਜਦੋਂ ਇਨਸਾਨ ਆ ਉਹਦੇ ਅੰਦਰ ਫੀਲਿੰਗਸ ਹੋਣਗੀਆਂ ਤਾਂ ਉਹ ਬੰਦਾ ਉਦਾਸ ਵੀ ਹੋਵੇਗਾ ਤੇ ਖੁਸ਼ ਵੀ ਹੋਵੇਗਾ। ਫਿਰ ਡਿਪਰੈਸ਼ਨ ਦੀ ਸਥਿਤੀ ਕਿਸ ਚੀਜ਼ ਨੂੰ ਮੰਨਦੇ ਹੋ, ਕਿ ਕਿੰਨਾ ਕੁ ਲੰਬੇ ਸਮੇਂ ਦਾ ਮਨ ਦੀ ਉਦਾਸੀ ਮੰਨਦੇ ਹੋ, ਜਾਂ ਫਿਰ ਕਿਸ ਚੀਜ਼ ਨੂੰ ਜਿਹੜੀ ਤੁਸੀਂ ਡਿਪਰੈਸ਼ਨ ਦੀ ਸਥਿਤੀ ਕਹਿੰਦੇ ਹੋ? ਡਿਪਰੈਸ਼ਨ ਦੀ ਸਥਿਤੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ 24 ਘੰਟੇ ਖੁਸ਼ ਰਹਿੰਦਾ ਹੋਵੇ ਜੀ, ਜਾਂ ਸਾਰੀ ਜ਼ਿੰਦਗੀ ਕਦੇ ਉਦਾਸ ਹੀ ਨਾ ਹੋਇਆ ਹੋਵੇ। ਜੀ ਹਰ ਇੱਕ ਬੰਦਾ ਰੋਜ਼ਮਰਰਾ ਦੀ ਜ਼ਿੰਦਗੀ 'ਚ ਉਹਦੇ ਜਿਹੜਾ ਮਤਲਬ ਮਨ ਆ ਉਹ 'ਚ ਉਦਾਸੀ ਤੇ ਖੁਸ਼ੀ ਆਉਂਦੀ ਰਹਿੰਦੀ ਆ। ਉਹਨੂੰ ਅਸੀਂ ਉਦਾਸੀ ਰੋਗ ਨਹੀਂ ਕਹਿੰਦੇ। ਇੱਕ ਤਾਂ ਉਦਾਸੀ ਰੋਗ ਆਮ ਤੌਰ 'ਤੇ ਲੰਬੇ ਸਮੇਂ ਲਈ ਜਿਹੜਾ ਰਹੇ, ਕਈ ਪਰਿਭਾਸ਼ਾ ਦਿੰਦੇ ਨੇ ਜਿੱਦਾਂ ਹਫ਼ਤੇ ਤੋਂ ਵੱਧ ਜਿਹੜਾ ਬੰਦਾ ਲਗਾਤਾਰ ਉਦਾਸ ਰਹੇ। ਜੀ ਦੂਜੀ ਇਹ ਪਰਿਭਾਸ਼ਾਵਾਂ ਨੇ ਵੱਖ-ਵੱਖ। ਦੂਜੀ ਪਰਿਭਾਸ਼ਾ ਇਹ ਆਉਂਦੀ ਹੈ ਕਿ ਜਦੋਂ ਤੁਹਾਡੀ ਜ਼ਿੰਦਗੀ ਪ੍ਰਭਾਵਿਤ ਹੋਣ ਲੱਗ ਜਾਵੇ। ਜੇ ਫਾਰ ਐਗਜ਼ਾਮਪਲ ਮੈਂ ਡਾਕਟਰੀ ਦਾ ਕੰਮ ਕਰ ਰਿਹਾ, ਮੈਂ ਆਪਣਾ ਕਲੀਨਿਕ ਅਟੈਂਡ ਕਰਨੋਂ ਹਟ ਜਾਵਾਂ, ਮੈਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਨਾ ਨਿਭਾ ਸਕਾਂ, ਸਮਾਜਿਕ ਜ਼ਿੰਮੇਵਾਰੀਆਂ ਨਾ ਨਿਭਾ ਸਕਾਂ। ਸੋ ਜਦੋਂ ਤੱਕ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰਦਾ, ਉਦੋਂ ਤੱਕ ਅਸੀਂ ਉਹਨੂੰ ਉਦਾਸੀ ਰੋਗ ਨਹੀਂ ਮੰਨਦੇ, ਕਿਉਂਕਿ ਸਾਰੇ ਉਦਾਸ ਹੋ ਜਾਂਦੇ ਨੇ। ਜੀ ਸੋ ਇਹ ਦੋ ਪਰਿਭਾਸ਼ਾਵਾਂ ਤੁਸੀਂ ਲੈ ਸਕਦੇ ਹੋ। ਇੱਕ ਸਮਾਂ ਕਿ ਘੱਟੋ ਘੱਟ ਹਫ਼ਤਾ ਜਾਂ 2 ਹਫ਼ਤੇ ਤੋਂ ਜ਼ਿਆਦਾ ਲੰਬਾ ਸਮਾਂ ਉਦਾਸ ਰਹਿਣਾ, ਜਿਹੜੀ ਘੰਟੇ 2 ਘੰਟੇ ਦੀ ਉਦਾਸੀ ਆ ਉਹਨੂੰ ਅਸੀਂ ਉਦਾਸੀ ਰੋਗ ਨਹੀਂ ਕਹਿੰਦੇ। ਦੂਸਰਾ, ਤੁਹਾਡੀ ਜ਼ਿੰਦਗੀ ਪ੍ਰਭਾਵਿਤ ਹੋਣ ਲੱਗ ਜਾਵੇ, ਰੋਜ਼ਮਰਰਾ ਦੀ ਜ਼ਿੰਦਗੀ। ਡਾਕਟਰ ਸਾਹਿਬ, ਜਦੋਂ ਫਿਰ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਤਾਂ ਉਹ ਅਬਨੋਰਮਲ ਹਰਕਤਾਂ ਵੀ ਕਰਨ ਲੱਗ ਜਾਂਦਾ ਵੀ ਮਤਲਬ ਕਿ ਇਸ ਚੀਜ਼ ਦਾ ਤੁਸੀਂ ਮੰਨਦੇ ਹੋ ਕਿ ਜਦੋਂ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਉਹਦੇ ਦਿਮਾਗ 'ਤੇ ਵੀ ਅਸਰ ਪੈਂਦਾ ਉਹਦੀ ਕੁਛ ਨਾ ਕੁਛ? ਦੇਖੋ, ਮਨ ਤਾਂ ਤੁਸੀਂ ਦੱਸਿਆ ਹੀ ਆ ਕਿ ਜਿਵੇਂ ਉਦਾਸ ਹੋ ਜਾਂਦਾ ਬੰਦੇ ਦਾ ਮਨ, ਕਿ ਕੁਛ ਕਰਨ ਨੂੰ ਮਨ ਨਹੀਂ ਕਰਦਾ, ਕਿਸੇ ਚੀਜ਼ 'ਤੇ ਦਿਲਚਸਪੀ ਨਹੀਂ ਲੈਂਦਾ ਬੰਦਾ। ਅਤੇ ਦੂਜੇ ਪਾਸੇ ਜਦੋਂ ਬੰਦਾ ਉਦਾਸ ਹੋ ਜਾਂਦਾ ਅਤੇ ਉਹਦੇ ਬਾਅਦ ਫਿਰ ਜਿਹੜਾ ਡਿਪਰੈਸ਼ਨ ਦਾ ਜਿਹੜਾ ਉਹ ਅਸਰ ਹੈ ਉਹਦੇ ਦਿਮਾਗ 'ਤੇ ਵੀ ਪੈਂਦਾ ਜੀ। ਦਿਮਾਗ ਦੇ ਉੱਤੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਕਿਸੇ ਚੀਜ਼ 'ਤੇ ਫੋਕਸ ਨਹੀਂ ਕਰ ਸਕਦਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕੰਸਨਟਰੇਟ ਕਰਨਾ ਜਾਂ ਇੱਕ ਚੀਜ਼ ਦੇ ਉੱਤੇ ਧਿਆਨ ਟਿਕਾਉਣਾ, ਇੱਕ ਚੀਜ਼ ਨੂੰ ਸੋਚਣਾ। ਯਾਦਾਸ਼ਤ ਵੀ ਪ੍ਰਭਾਵਿਤ ਹੁੰਦੀ ਆ ਜੀ। ਬਹੁਤ ਲੋਕੀ ਸਾਨੂੰ ਜਿਹੜੇ ਮਰੀਜ਼ ਨੇ, ਜਿਹੜੇ ਉਦਾਸੀ ਰੋਗ ਤੋਂ ਪੀੜਤ ਨੇ, ਉਹ ਆ ਕੇ ਕਹਿੰਦੇ ਨੇ ਵੀ ਸਾਨੂੰ ਯਾਦ ਨਹੀਂ ਰਹਿੰਦਾ ਜੀ। ਅਤੇ ਸੋਚਣੀ ਪ੍ਰਭਾਵਿਤ ਹੁੰਦੀ ਆ ਪੂਰੀ ਦੀ ਪੂਰੀ ਦਿਮਾਗ ਦੀ।
ਉਹਦੇ ਨਾਲ। ਤੇ ਫਿਰ ਡਾਕਟਰ ਸਾਹਿਬ ਇਹਦਾ ਦੇਸੀ ਤਰੀਕਿਆਂ ਨਾਲ ਜਿਹੜਾ ਕਿ ਹੈਗਾ ਆਯੁਰਵੈਦਿਕ ਦੇ ਵਿੱਚ ਇਹੋ ਜਿਹਾ ਕੀ ਇਲਾਜ ਆ, ਤੇ ਜਿਹੜਾ ਐਲੋਪੈਥਿਕ ਆ ਉਹਦੇ ਵਿੱਚ ਇਲਾਜ ਜ਼ਿਆਦਾ ਸਫਲ ਹੈ, ਜਾਂ ਫਿਰ ਆਯੁਰਵੇਦ ਦੇ ਵਿੱਚ ਜਿਹੜਾ ਇਲਾਜ ਆ ਜ਼ਿਆਦਾ ਸਫਲ ਹੈ ਇਸ ਚੀਜ਼ ਦਾ? ਦੇਖੋ, ਉਦਾਸੀ ਰੋਗ ਦੇ ਵਿੱਚ ਇਸ ਤਰ੍ਹਾਂ ਕਿ ਮੈਂ ਕਿਉਂਕਿ ਐਲੋਪੈਥੀ ਨਾਲ ਸੰਬੰਧ ਰੱਖਦਾ ਜੀ, ਤੇ ਆਯੁਰਵੈਦਿਕ ਦੀ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈ ਜੀ। ਤੇ ਐਲੋਪੈਥੀ ਦੇ ਵਿੱਚ ਇਹਦੀਆਂ ਦਵਾਈਆਂ ਨੇ, ਤੇ ਦਵਾਈਆਂ ਦੇ ਕੇ ਮਤਲਬ ਬੰਦੇ ਦੀ ਉਦਾਸੀ ਰੋਗ ਕਾਫੀ ਹੱਦ ਤੱਕ ਠੀਕ ਹੋ ਜਾਂਦਾ। ਪਰ ਮੈਂ ਇਸ ਤੋਂ ਇਲਾਵਾ ਇਹ ਸਮਝਦਾ ਕਿ ਹੁਣ ਇੱਕ ਨਵੀਂ ਚੱਲੀ ਆ ਜਿਹਨੂੰ ਕੋਗਨੀਟਿਵ ਬਿਹੇਵੀਅਰ ਥੈਰੇਪੀ ਕਹਿੰਦੇ ਨੇ ਅੰਗਰੇਜ਼ੀ 'ਚ ਜੀ। ਉਹਦਾ ਪੰਜਾਬੀ ਉਲੱਥਾ ਕੀ ਹੋਵੇ ਇਹ ਤਾਂ ਮੈਂ ਛੇਤੀ ਨਹੀਂ ਦੱਸ ਸਕਦਾ ਤੁਹਾਨੂੰ। ਉਹਦਾ ਮਤਲਬ ਇਹ ਹੁੰਦਾ ਕਿ ਦਵਾਈਆਂ ਤੋਂ ਇਲਾਵਾ ਜਿਹੜਾ ਉਦਾਸੀ ਰੋਗ ਤੋਂ ਪੀੜਤ ਵਿਅਕਤੀ ਆ ਉਹਦੇ ਮਨੋ ਵਿਸ਼ਲੇਸ਼ਣ ਕਰਨਾ, ਮਨੋ ਵਿਸ਼ਲੇਸ਼ਣ ਕਰਕੇ ਇਹ ਦੇਖਣਾ ਵੀ ਕਿਹੋ ਜਿਹੇ ਵਿਚਾਰ ਉਹਦੇ ਦਿਮਾਗ 'ਚ ਨੇ ਜਿਹੜੇ ਉਹਨੂੰ ਉਦਾਸੀ ਰੋਗ ਵੱਲ ਲਿਜਾ ਰਹੇ ਨੇ ਜੀ। ਤੇ ਉਹਨਾਂ ਜਿਹੜੀਆਂ ਉਲਝਣਾਂ ਨੇ ਉਹਦੇ ਦਿਮਾਗ 'ਚ ਉਹਨਾਂ ਨੂੰ ਸੁਲਝਾਉਣਾ। ਇਹ ਦਵਾਈਆਂ ਤੋਂ ਬਿਨਾਂ ਹੁੰਦਾ ਜੀ। ਇਹ ਅੱਜ ਕੱਲ੍ਹ ਮਤਲਬ ਇਹਦੇ 'ਤੇ ਕਾਫੀ ਜ਼ੋਰ ਦਿੱਤਾ ਜਾਂਦਾ, ਤੇ ਮੈਂ ਆਪ ਇਸ ਗੱਲ ਨੂੰ ਸਮਝਦਾ ਜੀ ਕਿ ਦਵਾਈਆਂ ਦੀ ਬਜਾਏ ਜੀ ਇਹ ਜਿਹੜੀ ਪ੍ਰਣਾਲੀ ਆ ਇਹ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਆ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਮਨੋ ਵਿਸ਼ਲੇਸ਼ਣ ਦੀ ਗੱਲ ਕੀਤੀ ਹੈ, ਜਿਹੜੇ ਕਿ ਮਨੋ ਵਿਸ਼ਲੇਸ਼ਣ ਦੇ ਲਾ ਲਓ ਪਿਤਾਮਾ ਮੰਨੇ ਜਾਂਦੇ ਨੇ ਸਿਗਮੰਡ ਫਰਾਇਡ ਹੋਣੀ। ਸਿਗਮੰਡ ਫਰਾਇਡ ਇਹ ਗੱਲ ਕਹਿੰਦਾ ਕਿ ਜੇਕਰ ਵਿਅਕਤੀ ਦਾ ਮਤਲਬ ਕਿ ਮਨ ਦੇ ਵਿੱਚ ਕੋਈ ਗੱਲ ਅਟਕੀ ਹੈ ਤਾਂ ਜੇਕਰ ਉਹਨੂੰ ਸਮੇਂ ਦੇ ਨਾਲ ਕੱਢਿਆ ਨਾ ਗਿਆ ਤਾਂ ਉਹ ਆਉਣ ਵਾਲੇ ਸਮੇਂ 'ਚ ਕਿਸੇ ਰੋਗ ਦਾ ਰੂਪ ਬਣ ਜਾਂਦੀ ਹੈ। ਤੇ ਜਿਸ ਤਰ੍ਹਾਂ ਕਿ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਸਿਗਮੰਡ ਫਰਾਇਡ ਦੀ ਮੈਂ ਇੱਕ ਕਿਤਾਬ 'ਚ ਪੜ੍ਹਿਆ ਸੀ। ਸਿਗਮੰਡ ਫਰਾਇਡ ਕਹਿੰਦਾ ਵੀ ਕਿਸੇ ਬੰਦੇ ਦੀ ਲੇਡੀ ਆਈ ਉਹਦੇ ਕੋਲ ਇਲਾਜ ਲਈ, ਤੇ ਉਹ ਦੱਸਦੀ ਹੈ, ਕਹਿੰਦੀ ਵੀ ਮੇਰਾ ਹੱਥ ਦੁਖੀ ਜਾਂਦਾ, ਕਹਿੰਦੀ ਵੀ ਬਹੁਤ ਸਾਰੇ ਡਾਕਟਰਾਂ ਨੂੰ ਦਿਖਾ ਲਿਆ ਉਹ ਹੱਥ ਠੀਕ ਨਹੀਂ ਹੋਇਆ। ਬਟ ਸਿਗਮੰਡ ਫਰਾਇਡ ਕਹਿੰਦਾ ਵੀ ਤੂੰ ਮੈਨੂੰ ਐਂ ਦੱਸ ਵੀ ਕਿਉਂ ਦੁਖਦਾ। ਕਹਿੰਦੀ ਵੀ ਜਦੋਂ ਵੀ ਮੇਰੇ ਹਸਬੈਂਡ ਨੂੰ ਦੇਖਦੀ ਹਾਂ ਉਹ ਘਰ ਆਉਂਦੇ ਨੇ ਸ਼ਾਮ ਨੂੰ ਮੇਰਾ ਹੱਥ ਦੁਖਣ ਲੱਗ ਜਾਂਦਾ, ਵੀ ਇਹਦਾ ਕਾਰਨ ਕੀ ਹੈ। ਤੇ ਦੂਜੇ ਪਾਸੇ ਫਿਰ ਸਿਗਮੰਡ ਫਰਾਇਡ ਹੋਰੀ ਦੱਸਦੇ ਨੇ, ਕਹਿੰਦੇ ਵੀ ਤੇਰੇ ਨਾਲ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਵੀ ਕਦੇ ਤੇਰਾ ਉਹਦੇ ਥੱਪੜ ਮਾਰਨ ਨੂੰ ਦਿਲ ਕੀਤਾ ਹੋਵੇ ਤੇ ਤਾਂ ਮਾਰਿਆ ਨਹੀਂ। ਕਹਿੰਦੀ ਵੀ ਜਦੋਂ ਸਾਡੀ ਮੈਰਿਜ ਹੋ ਰਹੀ ਸੀ, ਮੈਰਿਜ ਦੇ ਟਾਈਮ ਉਹਦਾ ਪੈਰ ਮੇਰੇ ਪੈਰ ਤੇ ਟਿਕਿਆ ਸੀ, ਤੇ ਮੈਂ ਇੰਨੀ ਕੁ ਜ਼ਿਆਦਾ ਮੈਨੂੰ ਪੀੜ ਹੋਈ ਉਹਦੀ ਕਿ ਮੇਰਾ ਦਿਲ ਕੀਤਾ ਉਹਦੇ ਥੱਪੜ ਮਾਰਾਂ, ਪਰ ਸਥਿਤੀ ਇਹੋ ਜਿਹੀ ਸੀ ਕਿ ਮੈਂ ਉਹਨੂੰ ਕੁਝ ਕਹਿ ਨਹੀਂ ਸਕੀ। ਕਹਿੰਦੀ ਮੈਨੂੰ ਲੱਗਦਾ, ਤੇ ਫਰਾਇਡ ਕਹਿੰਦਾ ਵੀ ਤੂੰ ਇੱਕ ਗੱਲ ਕਰੀ, ਜਦੋਂ ਉਹ ਘਰੇ ਆਇਆ ਤੇ ਘਰੇ ਆਉਣ ਸਾਰ ਪਹਿਲਾਂ ਤੂੰ ਉਹਦੇ ਥੱਪੜ ਮਾਰਦੀ। ਤੇ ਉਹ ਕਹਿੰਦੀ ਵੀ ਮੈਂ ਮੇਰੇ ਹਸਬੈਂਡ ਦੇ ਥੱਪੜ ਕਿਵੇਂ ਮਾਰਦਾ, ਵੀ ਮੈਂ ਉਹਦੀ ਰਿਸਪੈਕਟ ਕਰਦੀ ਹਾਂ ਤੇ ਸਾਡੇ ਘਰੇ ਲੜਾਈ ਹੋ ਜੂਗੀ। ਉਹ ਕਹਿੰਦਾ ਵੀ ਤੂੰ ਥੱਪੜ ਮਾਰਦੀ। ਕਹਿੰਦੀ ਚੱਲ ਠੀਕ ਹੈ। ਉਹਨੇ ਥੱਪੜ ਮਾਰਤਾ ਜੀ। 3-4 ਦਿਨ ਬੀਤੇ, ਫਰਾਇਡ ਕੋਲੇ ਆਈ। ਫਰਾਇਡ ਨੇ ਪੁੱਛਿਆ ਵੀ, ਕਹਿੰਦੇ ਵੀ ਮੈਨੂੰ ਪਹਿਲਾਂ ਕਹਿੰਦੀ ਸੀ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਉਹ ਪੀੜ ਦੇ ਮਾਰੇ। ਫਰਾਇਡ ਕਹਿੰਦਾ ਵੀ ਕਿਵੇਂ ਰਿਹਾ। ਕਹਿੰਦੀ ਮੈਨੂੰ 2-3 ਦਿਨਾਂ ਤੋਂ ਵਧੀਆ ਨੀਂਦ ਆ ਰਹੀ ਹੈ, ਮੈਨੂੰ ਯਾਦ ਵੀ ਨਹੀਂ ਮੇਰਾ ਹੱਥ ਦੁਖਦਾ ਸੀ। ਉਹ ਕਿਤੇ ਨਾ ਕਿਤੇ ਮਤਲਬ ਕਿ ਫਰਾਇਡ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਜੇਕਰ ਤੁਸੀਂ ਕੁਝ ਕਰਨ ਦੀ ਇੱਛਾ ਰੱਖਦੇ ਹੋ, ਤੁਹਾਡੇ ਮਨ 'ਚ ਕੋਈ ਇੱਛਾ ਪੈਦਾ ਹੋ ਗਈ ਤੇ ਤੁਸੀਂ ਉਹ ਕਰਦੇ ਨਹੀਂ, ਤਾਂ ਉਹ ਤੁਹਾਡੇ ਕਿਸੇ ਨਾ ਕਿਸੇ ਸਰੀਰ ਦੇ ਲਾ ਲਓ ਰੋਗ ਰਾਹੀਂ ਜਾਂ ਪੀੜ ਰਾਹੀਂ ਜਿਹੜੀ ਤੁਹਾਡੀ ਮਨ ਦੀ ਉਹ ਭਾਵਨਾ ਹੁੰਦੀ ਹੈ ਉਹ ਬਾਹਰ ਨਿਕਲਦੀ। ਤੁਸੀਂ ਕਿੰਨਾ ਕੁ ਮੰਨਦੇ ਹੋ ਵੀ ਜੇਕਰ ਇਸ ਤਰ੍ਹਾਂ ਦੀ ਲਾ ਲਓ ਸਰੀਰ 'ਚ ਜਾਂ ਲਾ ਲਓ ਮਨ ਦੇ ਵਿੱਚ ਕੋਈ ਗੱਲ ਆ ਜੇ ਤਾਂ ਉਸ ਨੂੰ ਬਾਹਰ ਕੱਢਣ ਲਈ ਇਸ ਤਰ੍ਹਾਂ ਦੀ ਜਿਹੜੀ ਵਿਧੀਆਂ ਪ੍ਰਣਾਲੀਆਂ ਅੱਜ ਵੀ ਅਪਣਾਈਆਂ ਜਾਂਦੀਆਂ ਨੇ, ਜਾਂ ਫਿਰ ਸਿਗਮੰਡ ਫਰਾਇਡ ਉਹਨਾਂ ਦੇ ਸਮੇਂ ਹੀ ਕਾਮਯਾਬ ਸੀ ਇਹ ਚੀਜ਼ਾਂ ਜੀ? ਨਹੀਂ, ਜਿਸ ਤਰ੍ਹਾਂ ਮੈਂ ਤੁਹਾਨੂੰ ਕੋਗਨੀਟਿਵ ਬਿਹੇਵੀਅਰ ਥੈਰੇਪੀ ਦੱਸਿਆ ਜੀ, ਤੇ ਇਹ ਹੁਣ ਅੱਜ ਕੱਲ੍ਹ ਕਾਫੀ ਮਤਲਬ ਇਹ ਵਿਕਸਿਤ ਹੋ ਰਹੀ ਆ ਪ੍ਰਣਾਲੀ। ਤੇ ਇਸ ਤੋਂ ਪਹਿਲਾਂ ਜਿਹਨੂੰ ਅਸੀਂ ਹਿਪਨੋਸਿਸ ਕਹਿੰਦੇ ਆ, ਸਮੂਹਕ ਨੀਂਦ ਸ਼ਾਇਦ ਪੰਜਾਬੀ ਦੇ ਵਿੱਚ ਇੱਕ ਸ਼ਬਦ ਆ, ਸਮੂਹਨ ਕਹਿੰਦੇ ਨੇ। ਹਾਂ, ਸਮੂਹਕ ਮਤਲਬ ਉਸ ਅਵਸਥਾ 'ਚ ਲਿਆ ਕੇ ਬੰਦਾ ਆਪਣੇ ਮਨ ਦੀਆਂ ਗੱਲਾਂ ਬਾਹਰ ਕੱਢਦਾ ਜੀ। ਤੇ ਇਸ ਤਰ੍ਹਾਂ ਦੇ ਨਾਲ ਮਤਲਬ ਮੈਂ ਐਕਚੁਅਲੀ ਮੇਰਾ ਵਿਸ਼ਾ ਨਿਊਰੋਲੋਜੀ ਆ ਜੀ। ਜ਼ਿਆਦਾ ਸਾਈਕੈਟਰੀ ਵਾਲੇ ਇਸ ਬਾਰੇ ਜ਼ਿਆਦਾ ਦੱਸ ਸਕਦੇ ਨੇ, ਪਰ ਜਿੰਨਾ ਮੈਂ ਆਪਣੀ ਜਨਰਲ ਸੂਝ-ਬੂਝ ਦੇ ਆਧਾਰ 'ਤੇ ਤੁਹਾਨੂੰ ਦੱਸ ਸਕਦਾ ਕਿ ਇਹ ਤਾਂ ਜ਼ਰੂਰੀ ਆ ਕਿ ਮਨ ਦੇ ਵਿੱਚੋਂ ਜਿੱਦਾਂ ਹੁਣ ਤੁਹਾਡੇ ਡੇਰਿਆਂ ਦੇ ਉੱਤੇ ਲੋਕੀ ਜਾ ਕੇ ਖੇਡਦੇ ਆ ਜੀ, ਜਾਂ ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਇਹੀ ਚੀਜ਼ ਆ ਕਿ ਜੋ ਵੀ ਤੁਹਾਡੀਆਂ ਅੰਦਰਲਾ ਜੋ ਵੀ ਅੰਦਰ ਦੱਬਿਆ ਹੁੰਦਾ ਜੀ, ਉਹਨੂੰ ਇੱਕ ਨਿਕਲਣ ਦਾ ਰਸਤਾ ਮਿਲਦਾ ਜੀ। ਜਦੋਂ ਤੱਕ ਉਹ ਤੁਹਾਡੇ ਅੰਦਰ ਦੱਬਿਆ
ਤੇ ਉਦੋਂ ਤੱਕ ਤੁਹਾਨੂੰ ਉਹ ਤੰਗ ਕਰਦਾ। ਇੱਥੇ ਮੈਂ ਇਹ ਕਹਿਣਾ ਚਾਹੂੰ ਕਿ ਜੋ ਮੈਂ ਸਮਝਦਾ ਜੋ ਮੇਰੀ ਆਪਣਾ ਤਰੀਕਾ ਉਹ ਠੀਕ ਗਲਤ ਦਾ ਨਹੀਂ ਮੈਨੂੰ ਪਤਾ ਜੀ, ਕਿ ਮਨ ਨੂੰ ਵੀ ਇੱਕ ਉਵੇਂ ਮਸ਼ੀਨ ਵਾਂਗੂ ਲੈਣਾ ਚਾਹੀਦਾ ਜਿਵੇਂ ਆਪਾਂ ਘਰ ਦੀ ਸਫਾਈ ਕਰਦੇ ਹਾਂ ਜੀ, ਇਵੇਂ ਸਾਨੂੰ ਮਨ ਬਾਰੇ ਵੀ ਉਵੇਂ ਹੀ ਸਾਡਾ ਵਿਚਾਰ ਹੋਣਾ ਚਾਹੀਦਾ ਵੀ ਮਨ ਦੇ ਵਿੱਚ ਜੇ ਕੋਈ ਇੱਦਾਂ ਦੀਆਂ ਗਲੀਆਂ ਸੜੀਆਂ ਚੀਜ਼ਾਂ ਪਈਆਂ ਨੇ ਜੀ, ਸਾਡੇ ਦਿਮਾਗ ਦੇ ਵਿੱਚ, ਉਹਨਾਂ ਨੂੰ ਬਾਹਰ ਕੱਢਣਾ। ਮਤਲਬ ਜਿੱਦਾਂ ਹੁਣ ਕਈ ਬੰਦੇ ਕੋਈ ਗੱਲ ਭੁੱਲ ਨਹੀਂ ਸਕਦੇ ਪੁਰਾਣੀ, ਜਾਂ ਕਦੇ ਹੁਣ ਮੇਰੇ ਕੋਲ ਕੱਲ੍ਹ ਪਰਸੋਂ ਪੇਸ਼ੈਂਟ ਆਇਆ, ਉਹ ਜੇ ਉਹਨੇ ਕੋਈ ਗਲਤੀ ਕਰ ਲਈ ਜੀ, ਤਾਂ ਉਹਦੇ ਅਹਿਸਾਸ ਅੰਦਰੋਂ ਦੱਬਿਆ ਪਿਆ, ਗੁਨਾਹ ਦੇ ਅਹਿਸਾਸ ਅੰਦਰ ਵੀ ਮੈਂ ਗਲਤੀ। ਸੋ ਮੈਂ ਫਿਰ ਉਹਨੂੰ ਸਮਝਾਇਆ ਕਿ ਗਲਤੀ ਕਰਨੀ ਤਾਂ ਬਹੁਤ ਕੁਦਰਤੀ ਆ, ਨੈਚੁਰਲ ਹੈ ਜੀ। ਜਿਹੜਾ ਬੰਦਾ ਆਪਣੇ ਗੁਰਬਾਣੀ 'ਚ ਵੀ ਆਉਂਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜੀ, ਵੀ ਬੰਦੇ ਵਾਸਤੇ ਗਲਤੀ ਕਰਨੀ ਕੋਈ, ਇਹ ਸਾਨੂੰ ਸਿਖਾਉਣਾ ਚਾਹੀਦਾ। ਹੁਣ ਸਾਡੇ ਬੰਦੇ ਇਹ ਸੋਚ ਕੇ ਚੱਲਦੇ ਵੀ ਅਸੀਂ ਗਲਤੀ ਨਹੀਂ ਕਰਾਂਗੇ, ਜੀ, ਜੇ ਗਲਤੀ ਹੋ ਗਈ ਤਾਂ ਫਿਰ 10-10 ਸਾਲ ਉਹਦੇ 'ਤੇ ਪਛਤਾਈ ਜਾਣਾ ਵੀ ਆਹ ਗਲਤੀ ਹੋ ਗਈ, ਆਹ ਗਲਤੀ ਹੋ ਗਈ। ਮੇਰਾ ਮਤਲਬ ਇੱਕ ਮਾਈਂਡ ਦੀ ਇੱਕ ਇਹੋ ਜਿਹੀ ਟ੍ਰੇਨਿੰਗ ਦੀ ਲੋੜ ਆ ਜਿਹੜੀ ਮੈਂ ਸੋਚਦਾ ਬਚਪਨ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਆ, ਸਕੂਲਾਂ ਤੋਂ ਸ਼ੁਰੂ ਹੋਣੀ ਚਾਹੀਦੀ ਆ, ਜੀ, ਸਾਡੇ ਸੱਭਿਆਚਾਰ ਦੇ ਅਨੁਕੂਲ ਹੋਣੀ ਚਾਹੀਦੀ ਆ, ਸਾਡੀ ਪਰੰਪਰਾ ਸਾਡੇ ਵਿਰਸੇ 'ਚੋਂ ਆਉਣੀ ਚਾਹੀਦੀ ਆ ਜੀ। ਤੇ ਜਿਹੜੀ ਮਤਲਬ ਬੱਚਿਆਂ ਨੂੰ ਉਦੋਂ ਤੋਂ ਹੀ ਇਹ ਸਿਖਾਵੇ ਕਿ ਮਨ ਨੂੰ ਹੈਂਡਲ ਕਿਵੇਂ ਕਰਨਾ। ਮਤਲਬ ਇਹ ਇੱਕ ਮਨ ਇੱਕ ਤਰ੍ਹਾਂ ਦਾ ਤੁਹਾਡੇ ਕੋਲ ਇੱਕ ਬਹੁਤ ਵੱਡਾ ਸਾਧਨ ਆ, ਬਹੁਤ ਵੱਡੀ ਚੀਜ਼ ਆ। ਜਿਹੜੀ ਵੀ ਚੀਜ਼ ਵੱਡੀ ਹੁੰਦੀ ਆ, ਜੇ ਫਿਰ ਤੁਹਾਡੇ ਕੋਲ ਬਹੁਤ ਵੱਡਾ ਟੈਂਕ ਆ, ਜੇ ਉਹ ਠੀਕ ਤਰ੍ਹਾਂ ਚੱਲੂਗਾ ਤਾਂ ਉਹ ਦੁਸ਼ਮਣ ਨੂੰ ਮਾਰੂਗਾ, ਜੇ ਉਹ ਗਲਤ ਦਿਸ਼ਾ ਚੱਲੂਗਾ ਤਾਂ ਤੁਹਾਨੂੰ ਮਾਰੂ। ਜੀ, ਇਹੀ ਮਨ ਦਾ। ਜੇ ਮਨ ਤੁਹਾਡਾ ਸਹੀ ਤਰ੍ਹਾਂ ਚੱਲਦਾ, ਗੁਰੂ ਨਾਨਕ ਸਾਹਿਬ ਨੇ ਕਿਹਾ ਮਨ ਜੀਤੇ ਜਗ ਜੀਤ, ਜੇ ਮਨ ਸਹੀ ਤਰੀਕੇ ਨਾਲ ਚੱਲਦਾ ਤਾਂ ਤੁਹਾਡੇ ਲਈ ਬਹੁਤ ਵਧੀਆ, ਬਹੁਤ ਕੁਛ ਕਰ ਸਕਦਾ। ਜੀ, ਪਰ ਜੇ ਤੁਹਾਨੂੰ ਖਰਾਬ ਕਰਨ ਲੱਗ ਗਿਆ ਫਿਰ ਤੁਹਾਨੂੰ ਬਹੁਤ ਖਰਾਬ ਕਰਦਾ। ਸੋ ਅੱਜ ਮੈਨੂੰ ਇਹ ਲੱਗਦਾ ਵੀ ਬਹੁਤ ਦੁਨੀਆ ਆਪਣੇ ਮਨ ਤੋਂ ਖਰਾਬ ਹੋ ਰਹੀ। ਜਿਵੇਂ ਤੁਹਾਨੂੰ ਮਰੀਜ਼ ਦੀ ਉਦਾਹਰਨ ਦਿੱਤੀ ਆ ਜੀ, ਉਹਨੂੰ ਆਏ ਵੀ ਗਲਤੀ ਕਰਕੇ ਉਹ ਤੇ ਪਛਤਾ ਰਿਹਾ। ਸੋ ਉਹਨੂੰ ਇਹ ਟ੍ਰੇਨਿੰਗ ਹੋਣੀ ਚਾਹੀਦੀ ਹੈ ਵੀ ਜੋ ਗਲਤੀ ਤਾਂ ਹੋਣੀ ਆ, ਗਲਤੀ ਤੁਸੀਂ ਕਦੇ ਵੀ ਗਲਤੀ ਤੋਂ ਬਚ ਨਹੀਂ ਸਕਦੇ। ਜੀ, ਮਤਲਬ ਕਿ ਗਲਤੀ ਹੋ ਜਾਂਦੀ ਹੈ ਬੰਦੇ ਤੋਂ ਤੇ ਉਸ ਤੋਂ ਪਛਤਾਉਣ ਤੋਂ ਚੰਗਾ ਕਿ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ। ਫਿਰ ਡਾਕਟਰ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਮਨ ਦੇ ਵਿੱਚ ਕਈ ਵਾਰੀ ਵਿਚਾਰ ਆ ਜਾਂਦੇ ਨੇ, ਬੰਦੇ ਦੇ ਬੁਰੇ ਵਿਚਾਰ, ਜਿਨ੍ਹਾਂ ਨੂੰ ਆਪਾਂ ਨੈਤਿਕ ਤੌਰ ਤੇ ਸਹੀ ਨਹੀਂ ਮੰਨਦੇ। ਫਿਰ ਉਹ ਬੁਰੇ ਵਿਚਾਰ ਜਦੋਂ ਮਨ ਦੇ ਵਿੱਚ ਫਸੇ ਰਹਿੰਦੇ ਨੇ ਤਾਂ ਉਹਦੇ ਕਰਕੇ ਵੀ ਬੰਦਾ ਮਾਨਸਿਕ ਰੋਗਾਂ ਦਾ ਜਿਹੜਾ ਸ਼ਿਕਾਰ ਹੋ ਜਾਂਦਾ। ਤੁਸੀਂ ਫਿਰ ਉਹਨੂੰ ਕਿਵੇਂ ਦੇਖਦੇ ਵੀ ਉਹ ਉਸ ਤੋਂ ਰਿਲੀਫ ਕਿਵੇਂ ਪਾ ਸਕਦਾ, ਉਹ ਤੋਂ ਨਿਜਾਤ ਪਾਉਣ ਦਾ ਤਰੀਕਾ ਕੀ ਹੈ? ਫਿਰ ਦੇਖੋ, ਜੋ ਨੈਤਿਕਤਾ ਇੱਕ ਬਹੁਤ ਵੱਡਾ ਵਿਸ਼ਾ ਜੀ। ਨੈਤਿਕਤਾ ਤਾਂ ਸਮੇਂ ਮੁਤਾਬਕ ਆ, ਸੱਭਿਆਚਾਰ, ਜਿਹੜੀ ਚੀਜ਼ ਇੱਥੇ ਨੈਤਿਕ ਆ ਉਸ ਦਾ ਬਾਹਰ ਜਾ ਕੇ ਨੈਤਿਕ ਨਾ ਹੋਵੇ, ਜਿਹੜੀ ਬਾਹਰ ਨੈਤਿਕ ਆ ਇੱਥੇ ਨੈਤਿਕ ਨਾ ਹੋਵੇ। ਜੀ, ਜਿਸ ਤਰ੍ਹਾਂ ਬਾਹਰ ਤਲਾਕ ਬਹੁਤ ਕਾਮਨ ਆ ਜੀ, ਤੇ ਅਸੀਂ ਤਲਾਕ ਨੂੰ ਬਹੁਤ ਨੈਤਿਕ ਮੰਨਦੇ ਹਾਂ। ਸਾਡੇ ਵਾਸਤੇ ਇਹ ਮਤਲਬ ਜੀਵਨ ਦਾ ਸੰਬੰਧ ਆ ਜੀ। ਮੈਰਿਜ ਇੱਕ ਇਹੋ ਜਿਹੀ ਚੀਜ਼ ਨਹੀਂ ਹੈ, ਸਾਡੇ ਵਾਸਤੇ ਇੱਕ ਜੀਵਨ ਦਾ ਸੰਬੰਧ ਆ। ਸੋ ਮੇਰੇ ਖਿਆਲ ਦੇ ਵਿੱਚ ਇੱਥੇ ਮੈਂ ਸਮਝਦਾ ਕਿ ਉਹੀ ਗੱਲ ਆ ਕਿ ਮਨੁੱਖ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਬੰਦੇ ਤੋਂ ਕਿੰਨੀ ਕੁ ਆਸ ਬਹੁਤ ਵੱਡੀ ਕਰ ਲਈ ਜਾਂਦੀ ਆ। ਜੀ, ਅਸੀਂ ਬੰਦੇ ਮਤਲਬ ਆਸ ਆਪਾਂ ਨੂੰ ਜੇ ਤਾਂ ਜਿੰਨੀ ਠੀਕ ਆਸ ਹੋਊਗੀ ਫਿਰ ਤਾਂ ਉਸ ਆਸ 'ਤੇ ਪੂਰਾ ਉਤਰੂ। ਜੀ, ਜੇ ਤੁਸੀਂ ਆਸ ਹੀ ਵੱਡੀ ਕਰ ਲਈ, ਮੇਰਾ ਖਿਆਲ 'ਚ ਇੱਥੇ ਇਹ ਮੈਂ ਇੱਕ ਅਲੱਗ ਵਿਸ਼ਾ, ਬਹੁਤ ਵੱਡਾ ਵਿਸ਼ਾ। ਜੀ, ਜਿਹੜੇ ਬੰਦੇ ਅਨੈਤਿਕ ਕੰਮ, ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਅਨੈਤਿਕ ਕੰਮ ਕਰਦੇ ਆ, ਜੀ, ਉਹਨਾਂ ਤੋਂ ਅਨੈਤਿਕ ਕੰਮ ਕਿਉਂ ਹੁੰਦੇ ਆ? ਜੀ, ਇਹ ਵੀ ਗੱਲ ਸਮਝਾਂਗੇ। ਗੱਲ ਸਮਝਣ ਮੇਰੀ? ਹਾਂਜੀ। ਇਹ ਇੱਕ ਵਿਸ਼ਾ ਕਿ ਜੇ ਤੁਸੀਂ ਤੁਸੀਂ ਕਹੋਗੇ ਵੀ ਇਹ ਅਨੈਤਿਕ ਆ, ਤੂੰ ਇਹ ਕਰਨਾ ਨਹੀਂ, ਜੀ, ਇਹਦੇ ਨਾਲ ਅਨੈਤਿਕਤਾ ਖਤਮ ਨਹੀਂ ਹੋ ਸਕਦੀ। ਜੀ, ਗੱਲ ਇਹ ਹੈ ਕਿ ਅਨੈਤਿਕ ਕੰਮ ਉਹ ਤੋਂ ਕਿਉਂ ਹੋ ਰਿਹਾ, ਉਹਦੇ ਪਿੱਛੇ ਦੇ ਕਾਰਨ ਸਮਝਣ। ਜੇ ਤੁਸੀਂ ਉਸ ਜਾਨੀ ਪ੍ਰਕਿਰਿਆ ਨੂੰ ਸਮਝੋਗੇ ਜਾਂ ਉਸ ਗੱਲ ਨੂੰ ਸਮਝੋਗੇ, ਉਸ ਪ੍ਰੋਸੈਸ ਪੰਜਾਬੀ 'ਚ ਉਹਨੂੰ ਕੀ ਉਸ ਕਿਰਿਆ ਨੂੰ ਸਮਝੋਗੇ, ਫਿਰ ਤੁਸੀਂ ਉਹਦੇ ਪ੍ਰਤੀ ਕੋਈ ਸੰਤੁਲਿਤ ਪਹੁੰਚ ਬਣਾ ਸਕਦੇ ਹੋ। ਜੀ ਸਰ, ਡਾਕਟਰ ਸਾਹਿਬ, ਮੈਨੂੰ ਜਾਂਦੇ ਮੇਰਾ ਆਖਰੀ ਸਵਾਲ ਹੈ ਕਿ ਅਸਲ ਦੇ ਵਿੱਚ ਸਰੀਰ ਦੇ ਲਈ ਜਿਹੜਾ ਮਨ ਸੰਤੁਸ਼ਟ ਹੋ, ਮਤਲਬ ਸੰਤੁਲਨ, ਸਰੀਰ ਤੇ ਮਨ ਦੇ ਵਿੱਚ ਜਿਹੜਾ ਸੰਤੁਲਨ ਆ, ਤੁਸੀਂ ਕੀ ਕਹਿੰਦੇ ਹੋ ਵੀ ਕਿਸ ਤਰ੍ਹਾਂ ਬਣਾ ਕੇ ਰੱਖਿਆ ਜਾ ਸਕਦਾ? ਕਿ ਸਾਨੂੰ ਸਰੀਰਕ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜਾਂ ਫਿਰ ਵਿਚਾਰ ਨੇ ਜਿਹੜੇ ਉਹ ਚੰਗੇ ਹੋਣੇ ਚਾਹੀਦੇ ਨੇ, ਜਾਂ ਫਿਰ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਕਿ ਇੱਕ ਚੰਗੇ ਸਰੀਰ ਦੇ ਵਿੱਚ
ਚੰਗੇ ਮਨ ਦਾ ਜਿਹੜਾ ਨਿਵਾਸ ਹੁੰਦਾ ਕਿ ਉਸ ਦੇ ਲਈ ਬੈਲੈਂਸ ਕਿਸ ਤਰ੍ਹਾਂ ਬਣਾ ਕੇ ਰੱਖਿਆ ਜਾ ਸਕਦਾ ਜੀ? ਦੇਖੋ, ਇਸ ਸੰਬੰਧ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮਨ ਤੇ ਤਨ ਦੋ ਚੀਜ਼ਾਂ ਨੇ। ਜੀ। ਤਨ ਵਾਸਤੇ ਤਾਂ ਸਹੀ ਖੁਰਾਕ, ਜੀ। ਫਲ ਸਬਜ਼ੀਆਂ, ਹਰ ਤਰ੍ਹਾਂ ਦੀ ਖੁਰਾਕ ਤੇ ਧਿਆਨ ਦੇਣਾ। ਜੀ। ਦੂਜੇ ਨੰਬਰ ਦੇ ਉੱਤੇ ਕਸਰਤ ਬਹੁਤ ਜ਼ਰੂਰੀ ਆ। ਜੀ। ਇਹ ਤਾਂ ਤਨ ਨਾਲ ਸੰਬੰਧਿਤ ਹੋ ਗਈ। ਜੀ। ਤੀਜੇ ਨੰਬਰ ਜਿਹੜਾ ਇਹਦੇ ਨਾਲ ਦੀ ਨਾਲ ਹੀ ਤੁਹਾਨੂੰ ਆਪਣੇ ਮਨ ਵੱਲ ਵੀ ਲਗਾਤਾਰ ਧਿਆਨ ਦੇਣਾ ਚਾਹੀਦਾ। ਜੀ। ਵੀ ਮੇਰੇ ਮਨ 'ਚ ਕੀ ਠੀਕ ਚੱਲ ਰਿਹਾ, ਕੀ ਗਲਤ ਚੱਲ ਰਿਹਾ। ਜੋ ਗਲਤ ਚੱਲ ਰਿਹਾ ਉਹਦੇ ਬਾਰੇ ਮੈਂ ਪੇਸ਼ੈਂਟਸ ਨੂੰ ਕਹਿਣਾ ਹੁੰਦਾ ਵੀ ਆਪਣੇ ਤੇ ਜ਼ੁਲਮ ਨਾ ਕਰੋ। ਜੀ। ਵੀ ਆਪਣੇ ਆਪ ਤੇ ਤਰਸ ਕਰੋ। ਕਈ ਲੋਕ ਆਪਣੇ ਆਪ ਨੂੰ ਇੰਨਾ ਕਸ਼ਟ ਦਿੰਦੇ ਨੇ, ਉਹਨੂੰ ਸਮਝੋ ਵੀ ਮੇਰੇ ਤੋਂ ਜੇ ਆਹ ਨਹੀਂ ਹੋ ਰਿਹਾ ਤਾਂ ਕਿਉਂ ਨਹੀਂ ਹੋ ਰਿਹਾ, ਕਿਵੇਂ ਕਰਨਾ। ਜੇ ਆਹ ਗਲਤੀ ਹੋ ਗਈ ਤਾਂ ਇਹਦਾ ਜਿਹੜੀ ਮਾਈਂਡ ਦੇ ਉੱਤੇ ਵੀ, ਜਿਵੇਂ ਆਪਾਂ ਆਪਣੀ ਖੁਰਾਕ ਵੱਲ ਧਿਆਨ ਦਿੰਦੇ ਹਾਂ, ਉਵੇਂ ਮਾਈਂਡ ਵੱਲ ਧਿਆਨ ਦੇਣਾ ਚਾਹੀਦਾ। ਵੀ ਮਨ ਨੂੰ ਵੀ ਚੰਗੇ ਵਿਚਾਰ ਦੇਣੇ, ਮਨ ਨੂੰ ਸਟਰੋਂਗ ਕਰਨਾ। ਮਨ ਦੇ ਵਿੱਚ ਜੇ ਕੋਈ ਇੱਦਾਂ ਦੇ ਤੁਹਾਡੇ ਗਿਲਟ, ਜਾਣੀ ਜਿਹਨੂੰ ਕਹਿੰਦੇ ਆ ਵੀ ਤੁਹਾਡੇ ਅੰਦਰ ਕੋਈ ਇੱਦਾਂ ਦੇ ਅਹਿਸਾਸ ਆਉਂਦੇ ਨੇ ਵੀ ਮੈਂ ਗਲਤ ਕੀਤਾ, ਗੁਨਾਹ ਦੇ ਅਹਿਸਾਸ ਆਉਂਦੇ ਨੇ, ਉਹਨਾਂ ਪ੍ਰਤੀ ਮਨ ਨੂੰ ਸਾਫ਼ ਕਰਨਾ। ਆਪਣੇ ਮਨ ਨੂੰ ਕਹਿਣਾ ਠੀਕ, ਮਤਲਬ ਉਹ ਇਹ ਤਾਂ ਹੁੰਦਾ ਵੀ ਆਉਣ ਵਾਲੇ ਸਮੇਂ 'ਚ ਕਿਵੇਂ ਨਹੀਂ ਕਰਨਾ। ਜੀ। ਪਰ ਜੇ ਤੁਸੀਂ ਜੋ ਕੁਝ ਕੀਤਾ ਉਹ ਤਾਂ ਹੋ ਗਿਆ। ਜੀ। ਉਹ ਤਾਂ ਸਭ ਤੋਂ ਹੀ ਹੋਇਆ। ਜੀ। ਸਮਝਦੇ ਮੇਰੀ ਗੱਲ? ਜੀ। ਵੀ ਸੋ ਮਤਲਬ ਇਸ ਤਰ੍ਹਾਂ ਦੇ ਨਾਲ ਇਹ ਹੈ ਵੀ ਤੁਹਾਡਾ ਮਨ ਵੀ ਇੱਕ ਆਰਾਮ ਦੀ ਅਵਸਥਾ 'ਚ ਰਹੇ, ਤੁਹਾਡਾ ਸਰੀਰ ਮਤਲਬ ਕਸਰਤ ਤੇ ਖੁਰਾਕ ਰਾਹੀਂ ਠੀਕ ਅਵਸਥਾ 'ਚ ਰਹੇ। ਫਿਰ ਦੋਨੇ ਰਲ ਕੇ ਆ ਜਿਹੜਾ ਉਹ ਤੁਹਾਡੀ ਜ਼ਿੰਦਗੀ ਆ ਉਹਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਨਿਰਵਾਹ ਕਰ ਸਕਦੇ ਹੋ। ਜੀ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਅੱਜ ਦੇ ਮਨ ਦੇ ਵਿਸ਼ੇ ਤੇ ਗੱਲਬਾਤ ਕੀਤੀ ਤੇ ਸਾਡੇ ਦਰਸ਼ਕਾਂ ਨੂੰ ਬਹੁਤ ਚੰਗੀ ਤਰ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਜਿਹੜਾ ਮਤਲਬ ਕਿ ਸੰਤੁਸ਼ਟ ਮਨ ਹੈ, ਉਹਦਾ ਨਿਵਾਸ ਸੰਤੁਸ਼ਟ ਸਰੀਰ ਦੇ ਵਿੱਚ ਹੀ ਹੋ ਸਕਦਾ। ਤੇ ਸਰੀਰ ਨੂੰ ਸੰਤੁਸ਼ਟ ਹੈ ਜਿਹੜਾ ਕਸਰਤਾਂ ਰਾਹੀਂ ਰੱਖਿਆ ਜਾ ਸਕਦਾ, ਤੇ ਮਨ ਨੂੰ ਸੰਤੁਸ਼ਟ ਹੈ ਜਿਹੜਾ ਚੰਗਾ ਮਨ ਹੈ ਜਿਹੜਾ ਉਹਨੂੰ ਆਪਾਂ ਚੰਗੇ ਵਿਚਾਰਾਂ ਦੇ ਨਾਲ ਮਤਲਬ ਕਿ ਬੈਲੈਂਸ ਬਣਾ ਕੇ ਰੱਖ ਸਕਦੇ ਹਾਂ, ਜਿਹੜਾ ਚੰਗਾ ਮਨ ਹੈ। ਸੋ ਡਾਕਟਰ ਸਾਹਿਬ, ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇਹ ਸਮਾਂ ਦੇਣ ਲਈ, ਤਾਂ ਕਿ ਤੁਹਾਡੇ ਸਰੋਤਿਆਂ ਦੇ ਰੂਬਰੂ ਹੋ ਸਕਾਂ ਜੀ। ਸੋ ਦੋਸਤੋ, ਇਹ ਸੀ ਜੀ ਡਾਕਟਰ ਹਰਬਾਗ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ ਅੱਜ ਜਾਣਕਾਰੀ ਦਿੱਤੀ ਕਿ ਇੱਕ ਸੰਤੁਲਿਤ ਜਿਹੜਾ ਮਤਲਬ ਕਿ ਬੰਦੇ ਦਾ ਸਰੀਰ ਆ ਤੇ ਮਨ ਦੇ ਵਿੱਚ ਸੰਤੁਲਨ ਹੋਣਾ ਕਿੰਨਾ ਜ਼ਰੂਰੀ ਹੈ। ਤੇ ਰਿਸ਼ਟ ਪੁਸ਼ਟ ਜਿਹੜਾ ਸਰੀਰ ਹੈ ਉਹਦੇ ਨਾਲ ਨਾਲ ਰਿਸ਼ਟ ਪੁਸ਼ਟ ਜਿਹੜਾ ਬੰਦੇ ਦਾ ਮਨ ਹੈ ਉਹ ਵੀ ਹੋਣਾ ਜ਼ਰੂਰੀ ਹੈ। ਜੇਕਰ ਆਪਣਾ ਸਰੀਰ ਨਿਰੋਗੀ ਹੋਊਗਾ ਤਾਂ ਉਹਦੇ ਨਾਲ ਮਨ ਦਾ ਨਿਰੋਗੀ ਹੋਣਾ ਵੀ ਜ਼ਰੂਰੀ ਹੈ। ਜੇਕਰ ਤੁਹਾਡਾ ਮਨ ਕਿਸੇ ਨਾ ਕਿਸੇ ਤਰ੍ਹਾਂ ਉਦਾਸ ਹੈ ਤੇ ਤੁਹਾਡਾ ਸਰੀਰ ਦੇਖਣ ਨੂੰ ਸਿਹਤ ਚੰਗੀ ਆ ਪਰ ਉਹ ਬਹੁਤਾ ਚਿਰ ਨਹੀਂ ਰਹੂਗਾ, ਉਹਦਾ ਨੁਕਸਾਨ, ਮਨ ਦਾ ਜਿਹੜਾ ਉਹ ਨੁਕਸਾਨ ਆ ਉਹ ਸਰੀਰ ਤੇ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਅਸਰ ਦਿਖਣਾ ਸ਼ੁਰੂ ਹੋ ਜਾਂਦਾ। ਸੋ ਤੁਹਾਨੂੰ ਜਿਹੜੀ ਅੱਜ ਦੀ ਇਹ ਮੁਲਾਕਾਤ ਆ ਕਿਵੇਂ ਲੱਗੀ, ਤੁਸੀਂ ਆਪਣੀ ਰਾਏ ਆ ਜਿਹੜੀ ਉਹ ਕਮੈਂਟ ਬਾਕਸ 'ਚ ਦੇਣਾ ਨਾ ਭੁੱਲਿਓ। ਤੇ ਤੁਹਾਡੇ ਮਨ ਦੇ ਵਿੱਚ ਜੇਕਰ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਜੁੜੇ ਰਹੋ ਸਿਹਤ ਸੁਧਾਰ ਦੇ ਨਾਲ। ਸਤਿ ਸ਼੍ਰੀ ਅਕਾਲ।